ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੈਂ ਫਿਰ ਗੱਲ ਉੱਥੇ ਸ਼ੁਰੂ ਕਰਦਾ ਕਿ ਕਈ ਵਾਰੀ ਕੁਛ ਵੀਰੇ ਕਮੈਂਟ ਕਰਦੇ ਨੇ ਕਿ ਵਰਤਮਾਨ ਵਰਤਾਰਿਆਂ ਦੇ ਉੱਪਰ ਪ੍ਰਚਾਰਕ ਜਾਂ ਜਿਹੜੇ ਇਤਿਹਾਸਕਾਰ ਜਾਂ ਇਤਿਹਾਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ। ਪਰ ਮੈਂ ਸੋਚਦਾ ਕਿ ਜਿਹੜੇ ਵਰਤਾਰਿਆਂ ਦਾ ਸੰਬੰਧ ਇਤਿਹਾਸ ਦੇ ਨਾਲ ਵੀ ਜੁੜਿਆ ਹੁੰਦਾ ਅਤੇ ਵਰਤਮਾਨ ਦੇ ਵਿੱਚ ਵਾਪਰ ਰਹੇ ਹੁੰਦੇ ਨੇ, ਜੇਕਰ ਅਸੀਂ ਉਹਦੇ ਉੱਪਰ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਕਿ ਉਹ ਮੌਨ ਦਾ ਜਿਹੜਾ ਹਵਨ ਕਰਨਾ ਮੈਨੂੰ ਤਾਂ ਇੰਨਾ ਚੰਗਾ ਨਹੀਂ ਲੱਗਦਾ। ਸੋ ਜਿਹੜੇ ਮੁੱਦੇ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਉਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਰਬਾਰ ਸਾਹਿਬ ਆਉਣਾ। ਸੋ ਜੇਕਰ ਇਸ ਸਾਰੇ ਵਰਤਾਰੇ ਨੂੰ ਸਮਝਣਾ ਹੈ ਕਿ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਜਿਹੜਾ ਸਾਰਾ ਇਲਾਕਾ ਸੀ ਇੱਕ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਔਰ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਬਾਹਰ ਜਿਹੜਾ ਉਹ ਰੋਕ ਲਿਆ ਗਿਆ। ਸੋ ਇਸ ਤਰ੍ਹਾਂ ਦੇ ਨਾਲ ਇਸ ਸ਼ਾਨੋ ਸ਼ੌਕਤ ਦੇ ਨਾਲ ਜਾਂ ਸ਼ਾਹੀ ਜਲਾਲ ਦੇ ਨਾਲ ਜਾਂ ਇਸ ਜਲਾਉ ਦੇ ਨਾਲ ਦਰਬਾਰ ਸਾਹਿਬ ਦੀ ਜਿਹੜੀ ਉਹਦੀ ਆਮਦ ਸੀ ਉਹਦੇ ਉੱਪਰ ਬਹੁਤ ਸਾਰੇ ਸਵਾਲ ਉੱਠੇ। ਪਰ ਮੈਂ ਕਹਿੰਦਾ ਕਿ ਸਾਨੂੰ ਥੋੜ੍ਹਾ ਜਿਹਾ ਇਹਦੇ ਪਿਛੋਕੜ ਨੂੰ ਜ਼ਰੂਰ ਸਮਝਣਾ ਪਵੇਗਾ ਕਿ ਹੈ ਤਾਂ ਬਹੁਤ ਵੱਡੀ ਗਲਤੀ, ਪਰ ਇਹਨੂੰ ਸਮਝਣਾ ਜ਼ਰੂਰ ਪਵੇਗਾ। ਪਹਿਲੀ ਗੱਲ ਤਾਂ ਪੰਜਾਬ ਦੀ ਇੱਕ ਕਹਾਵਤ ਹੈ ਕਿ ਗੱਲ ਸਹੇ ਦੀ ਨਹੀਂ ਹੁੰਦੀ, ਗੱਲ ਪਹੇ ਦੀ ਹੁੰਦੀ ਹੈ। ਸੋ ਇਹਦੇ ਪਿੱਛੇ ਇੱਕ ਛੋਟੀ ਜਿਹੀ ਜਿਹੜੀ ਸਾਡੀਆਂ ਲੋਕ ਤੱਥਾਂ ਦੇ ਵਿੱਚ ਕਹਾਣੀ ਆਉਂਦੀ ਹੈ ਕਿ ਖੇਤਾਂ ਦੇ ਵਿੱਚੋਂ ਦੀ ਸਿਹਾ ਲੰਘਿਆ ਅਤੇ ਬਜ਼ੁਰਗ ਨੇ ਜਿਹੜਾ ਸੀ ਉਹਨੂੰ ਵੱਟਾ ਮਾਰਿਆ ਅਤੇ ਉਹਦਾ ਪੋਤਰਾ ਕੋਲ ਬੈਠਾ ਕਹਿੰਦਾ ਵੀ ਬਾਪੂ ਸਿਹਾ ਹੀ ਲੰਘਿਆ, ਉਹਨੇ ਕਿਹੜੀ ਕੋਈ ਸਾਡੀ ਫਸਲ ਖਰਾਬ ਕਰ ਦਿੱਤੀ ਹੈ। ਅਤੇ ਬਾਪੂ ਨੇ ਜਵਾਬ ਦਿੱਤਾ ਵੀ ਅੱਜ ਸਿਹਾ ਲੰਘਿਆ, ਕੱਲ੍ਹ ਨੂੰ ਇਹਦੇ ਪਿੱਛੇ ਸ਼ਿਕਾਰੀ ਕੁੱਤੇ ਭਜਾਉਣਗੇ, ਕੁੱਤਿਆਂ ਦੇ ਪਿੱਛੇ ਸ਼ਿਕਾਰੀ ਆਉਣਗੇ, ਉਸ ਤੋਂ ਬਾਅਦ ਤਮਾਸ਼ਬੀਨ ਲੋਕ ਆਉਣਗੇ ਉਸ ਸ਼ਿਕਾਰ ਨੂੰ ਵੇਖਣ ਦੇ ਵਾਸਤੇ। ਸੋ ਇਹ ਜਿਹੜਾ ਸਿਹਾ ਹੈ ਉਹ ਕੱਲ੍ਹ ਨੂੰ ਲੋਕਾਂ ਦੇ ਲਾਂਘੇ ਦੇ ਨਾਲ ਪਿਹਾ ਬਣ ਜਾਵੇਗਾ। ਸੋ ਇਸ ਅਲਾਮਤ ਨੂੰ ਮੁੱਢ 'ਚ ਹੀ ਰੋਕ ਲਿਆ ਜਾਵੇ ਤਾਂ ਬਹੁਤ ਚੰਗਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਅਸੀਂ ਜਿਹੜਾ ਪਿਹਾ ਹੈ ਉਹਦੇ ਉੱਪਰ ਤਾਂ ਪ੍ਰਤੀਕਰਮ ਦੇ ਰਹੇ ਹਾਂ, ਪਰ ਗੱਲ ਇਹ ਹੈ ਕਿ ਸਿਹਾ ਕੌਣ ਸੀ, ਇਹ ਆਰੰਭ ਕਿਸ ਨੇ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੀ ਬਹੁਤ ਵੱਡਾ ਦੋਸ਼ੀ ਹੈ, ਕਿਉਂਕਿ ਅਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਲੀਡਰ ਸੀ ਉਹ ਵੀ ਦਰਬਾਰ ਸਾਹਿਬ ਇਸੇ ਤਰ੍ਹਾਂ ਹੀ ਜਾਂਦੇ ਰਹੇ। ਔਰ ਕਈ ਵਾਰੀ ਤਾਂ ਇੰਜ ਹੁੰਦਾ ਰਿਹਾ ਕਿ ਇੱਕ ਦੋ ਵਾਰੀ ਤੁਸੀਂ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਹੋਵੇਗਾ ਕਿ ਦਰਬਾਰ ਸਾਹਿਬ ਦੇ ਜਿਹੜੇ ਕਿਸੇ ਰਾਜਨੀਤਿਕ ਲੀਡਰ ਨੇ ਆਉਣਾ ਅਤੇ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਸੀ ਉਹ ਤਾਬਿਆਂ ਦੇ ਵਿੱਚ ਨੇੜੇ ਤੇੜੇ ਜਿਹੜੇ ਉੱਠ ਕੇ ਖੜੇ ਹੋ ਜਾਂਦੇ ਸੀ। ਸੋ ਇਹ ਜਿਹੜਾ ਵਰਤਾਰਾ ਵਾਪਰਿਆ ਇਸ ਨੇ ਇਸ ਗੱਲ ਦੇ ਵਾਸਤੇ ਇੱਕ ਆਧਾਰ ਕਾਇਮ ਕੀਤਾ। ਅਤੇ ਮੈਂ ਜਦੋਂ ਇਹ ਵਰਤਾਰਾ ਵਾਪਰਿਆ ਸੀ ਉਦੋਂ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਉਦਾਹਰਨ ਦਿੱਤੀ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸੇ ਮੁਹਿੰਮ 'ਤੇ ਜਾ ਰਿਹਾ ਸੀ ਅਤੇ ਰਸਤੇ 'ਚ ਰੁਕਿਆ ਤਾਂ ਉਸ ਨੇ ਵੇਖਿਆ ਕਿ ਦੂਰ ਇੱਕ ਕੱਚੇ ਕੋਠੇ ਦੇ ਵਿੱਚ ਦੀਵਾ ਜਗ ਰਿਹਾ। ਘੋੜੇ ਤੋਂ ਉਤਰਿਆ, ਤੁਰਦਾ ਤੁਰਦਾ ਉੱਥੋਂ ਤੱਕ ਪਹੁੰਚਿਆ। ਉੱਥੇ ਜਾ ਕੇ ਵੇਖਦਾ ਕਿ ਛੋਟੇ ਜਿਹੇ ਕੱਚੇ ਕੋਠੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪੀੜਾ ਸਾਹਿਬ ਦੇ ਉੱਪਰ ਨੇ ਇੱਕ ਗਰੀਬ ਜਿਹਾ ਗ੍ਰੰਥੀ ਸਿੰਘ ਬੈਠਾ ਹੈ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਾ ਕੇ ਮੱਥਾ ਟੇਕਿਆ, ਨਤਮਸਤਕ ਹੋਇਆ ਅਤੇ ਉਸ ਨੂੰ ਗ੍ਰੰਥੀ ਸਿੰਘ ਨੂੰ ਕਿਹਾ ਕਿ ਮੈਂ ਜਾਣਦਾ ਮੈਨੂੰ ਕੌਣ ਹੈ। ਉਹ ਕਹਿੰਦਾ ਜੀ ਮੈਂ ਨਹੀਂ ਜਾਣਦਾ। ਕਹਿੰਦਾ ਕਿ ਮੈਂ ਰਣਜੀਤ ਸਿੰਘ ਹਾਂ ਅਤੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਅਰਦਾਸ ਕਰ ਕਿ ਮੈਂ ਇੱਕ ਮੁਹਿੰਮ ਦੇ ਉੱਪਰ ਜਾ ਰਿਹਾ ਅਤੇ ਮੈਂ ਗੁਰੂ ਘਰ ਦਾ ਕੂਕਰ ਹੈ ਅਤੇ ਮੇਰੀ ਝੋਲੀ ਦੇ ਵਿੱਚ ਫਤਿਹਜਾਬੀ ਪੈ ਜਾਵੇ, ਜਿੱਤ ਪੈ ਜਾਵੇ। ਗ੍ਰੰਥੀ ਸਿੰਘ ਸੱਚਮੁੱਚ ਹੀ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਸੀ। ਉਸਨੇ ਅਰਦਾਸ ਇਹੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਦਰ ਦੇ ਉੱਪਰ ਗੁਰੂ ਘਰ ਦਾ ਕੂਕਰ ਰਣਜੀਤ ਸਿੰਘ ਖੜ੍ਹਾ ਹੈ ਅਤੇ ਇਹਦੀ ਝੋਲੀ ਦੇ ਵਿੱਚ ਜਿੱਤ ਪਾ ਦੇਣੀ। ਰਣਜੀਤ ਸਿੰਘ ਚਲਾ ਗਿਆ। ਜਦੋਂ ਵਾਪਸ ਮੁੜਿਆ ਤਾਂ ਜਿੱਤ ਚੁੱਕਾ ਸੀ। ਅਤੇ ਕਿਤੇ ਨਾ ਕਿਤੇ ਇੱਕ ਥਾਂ 'ਤੇ ਆਉਂਦਾ ਨਾ ਸਾਡੇ ਸਰੋਤਾਂ ਦੇ, ਸਾਡੇ ਕਹਿ ਸਕਦੇ ਹੋ ਕਿ ਸਰੋਤਾਂ ਦੇ 'ਚ ਇੱਕ ਸ਼ਬਦਾਵਲੀ ਨੂੰ ਵਰਤਿਆ ਜਾਂਦਾ, ਕੋ ਐਸੋ ਜਨਮਿਓ ਜਗ ਮਾਹੇ ਪ੍ਰਭੁਤਾ ਪਾਏ ਜਿਸ ਮਨ ਮਦ ਨਾਏ। ਵੀ ਦੁਨੀਆ ਦੇ ਉੱਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਪ੍ਰਭੁਤਾ ਆ ਜਾਵੇ, ਰਾਜ ਸੱਤਾ ਆ ਜਾਵੇ ਅਤੇ ਨਾਲ ਹੰਕਾਰ ਨਾ ਆਵੇ। ਸੋ ਰਣਜੀਤ ਸਿੰਘ ਵੀ ਜਿੱਤ ਕੇ ਆਇਆ ਸੀ ਤਾਂ ਇੱਕ ਇਨਸਾਨ, ਕੋਈ ਗੁਰੂ ਤਾਂ ਹੈ ਨਹੀਂ ਸੀ। ਸੋ ਜਦੋਂ ਵਾਪਸ ਆਇਆ ਅਤੇ ਹੁਣ ਜਿੱਤ ਦਾ ਹੰਕਾਰ ਹੈ ਅਤੇ ਗ੍ਰੰਥੀ ਸਿੰਘ ਨੂੰ ਕਹਿੰਦਾ ਮੈਂ ਸ਼ੇਰੇ ਪੰਜਾਬ ਰਣਜੀਤ ਸਿੰਘ ਹਾਂ, ਮੁਹਿੰਮ ਨੂੰ ਜਿੱਤ ਕੇ ਆਇਆ ਅਤੇ 10 ਗੁਰਦੁਆਰੇ ਦੇ ਵਾਸਤੇ ਕਿੰਨੀ ਜਗੀਰ ਚਾਹੀਦੀ ਹੈ, ਮੈਂ ਹੁਣੇ ਗੁਰਦੁਆਰੇ ਦੇ ਨਾਮ ਓਨੀ ਜਗੀਰ ਲਵਾ ਸਕਦਾ। ਅਤੇ ਗ੍ਰੰਥੀ ਸਿੰਘ ਨੇ ਬੜੀ ਜ਼ੁਰਤ ਨਾਲ ਕਿਹਾ ਸੀ, ਕਹਿੰਦਾ ਰਣਜੀਤ ਸਿੰਘ ਔਕਾਤ 'ਚ ਰਹਿ ਕੇ ਗੱਲ ਕਰ, ਅਜੇ ਕੱਲ੍ਹ ਦੀ ਗੱਲ ਹੈ ਤੂੰ ਗੁਰੂ ਘਰ ਦਾ ਕੁੱਕਰ ਸੀ, ਅੱਜ ਤੂੰ ਸ਼ੇਰੇ ਪੰਜਾਬ ਆਪਣੇ ਮੂੰਹੋਂ ਕਹਿ ਰਿਹਾ, ਅੱਜ ਤੂੰ ਆਪਣੇ ਆਪ ਨੂੰ ਆਪ ਕਹਿ ਰਿਹਾ ਕਿ ਮੈਂ ਰਾਜਾ। ਰਣਜੀਤ ਸਿੰਘ ਨੇ ਉਸੇ ਵੇਲੇ ਹੀ ਆਪਣੀ ਗਲਤੀ ਨੂੰ ਤਸਲੀਮ ਕੀਤਾ ਅਤੇ ਸੱਚਮੁੱਚ ਕਿਹਾ ਕਿ ਗੁਰੂ ਪਾਤਸ਼ਾਹ ਮੇਰੇ ਕੋਲੋਂ ਅਹੰਕਾਰ ਦੇ ਵਿੱਚ ਅਵੱਗਿਆ ਹੋ ਗਈ, ਮੈਨੂੰ ਖਿਮਾ ਕਰਨਾ। ਸੋ ਇੱਕ ਤਾਰੀਖੀ ਸੱਚ ਹੈ ਅਤੇ ਇਹ ਉਸ ਧਰਮ ਦੇ ਨਾਲ ਜੁੜਿਆ ਹੋਇਆ ਸੱਚ ਹੈ ਜਿਸ ਧਰਮ ਦੇ ਰਹਿਬਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜ਼ਾਬਰ ਕਿਹਾ ਸੀ। ਜੇ ਹਮਾਯੂ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਆਇਆ ਸੀ ਅਤੇ ਪਾਤਸ਼ਾਹ ਬੱਚੇ ਨੂੰ ਗੋਦ ਦੇ ਵਿੱਚ ਬੈਠ ਕੇ ਬਾਲ ਬੋਧ ਪੜ੍ਹਾਉਂਦੇ ਰਹੇ, ਉਹਦੇ ਵੱਲ ਧਿਆਨ ਵੀ ਨਹੀਂ ਸੀ ਦਿੱਤਾ। ਅਤੇ ਬੜੀ ਜ਼ੁਰਤ ਦੇ ਨਾਲ ਪਾਤਸ਼ਾਹ ਨੇ ਕਿਹਾ ਸੀ, ਜਦੋਂ ਉਸਨੇ ਆਪਣੀ ਸ਼ਮਸ਼ੀਰ ਦੇ ਉੱਪਰ ਹੱਥ ਰੱਖਿਆ ਅਤੇ ਪਾਤਸ਼ਾਹ ਨੇ ਕਿਹਾ ਸੀ, ਹਮਾਯੂ
ਇਹ ਜ਼ੁਰਤ, ਇਹ ਬਹਾਦਰੀ ਉਦੋਂ ਕਿੱਥੇ ਗਈ ਸੀ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਤੂੰ ਜੰਗ ਦੇ ਵਿੱਚੋਂ ਭੱਜ ਆਇਆ ਸੀ। ਇਸੇ ਤਰ੍ਹਾਂ ਜੇ ਅਕਬਰ ਗੁਰੂ ਦੇ ਦਰਬਾਰ ਦੇ ਵਿੱਚ ਆਇਆ ਸੀ ਤੇ ਪਾਤਸ਼ਾਹ ਨੇ ਸੰਗਤ ਦੇ ਪੰਗਤ ਦਾ ਉਪਦੇਸ਼ ਦ੍ਰਿੜ ਕਰਾ ਕੇ ਉਸ ਨੂੰ ਫਿਰ ਸੰਗਤ ਦੇ ਵਿੱਚ ਬੈਠਣ ਵਾਸਤੇ ਜਗ੍ਹਾ ਦਿੱਤੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਗੁਰੂ ਦੇ ਦਰ ਦੇ ਉੱਪਰ ਆਉਣਾ ਤਾਂ ਸਾਨੂੰ ਨਿਮਾਣਾ ਹੋ ਕੇ ਆਉਣਾ ਚਾਹੀਦਾ ਹੈ। ਸੋ ਜਿਸ ਤਰ੍ਹਾਂ ਦੇ ਨਾਲ ਕਹਿ ਸਕਦੇ ਹੋ ਕਿ ਉਸ ਸ਼ਾਹੀ ਜਲਾਓ ਦੇ ਨਾਲ ਜਾਂ ਉਸ ਸ਼ਾਹੀ ਰੁਤਬੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਜਾਣਾ, ਔਰ ਕੁਦਰਤਨ ਮੈਂ ਉਸ ਦਿਨ ਅੰਮ੍ਰਿਤਸਰ ਸੀਗਾ, ਇਹ ਤਾਂ ਫੋਟੋਆਂ ਤੇ ਤਸਵੀਰਾਂ ਜਿਹੜੀਆਂ ਨੇ ਇਹ ਤਾਂ ਸਿਰਫ ਦਰਬਾਰ ਸਾਹਿਬ ਦੇ ਨੇੜੇ ਦੀਆਂ ਸਾਹਮਣੇ ਆਈਆਂ ਨੇ। ਜੇਕਰ ਤੁਸੀਂ, ਮੈਂ ਵੇਖਿਆ ਕਿ ਉਸ ਦਿਨ ਬਾਈਪਾਸ ਦੇ ਉੱਪਰ ਸੀ ਤੇ ਜਿੱਥੋਂ ਜਿੱਥੋਂ ਵੀ ਕਾਫਲੇ ਨੇ ਲੰਘਣਾ ਸੀ, ਜਿਸ ਤਰ੍ਹਾਂ ਲੋਕਾਂ ਨੂੰ ਰੋਕਿਆ ਹੋਇਆ ਸੀ, ਤੇ ਮੈਂ ਸੋਚ ਰਿਹਾ ਸੀ ਕਿ ਰੱਬ ਨਾ ਕਰੇ ਕਿਸੇ ਗੱਡੀ ਦੇ ਵਿੱਚ ਕੋਈ ਬਿਮਾਰ ਵਿਅਕਤੀ ਵੀ ਹੋਏ, ਤੇ ਜਿੰਨਾ ਸਮਾਂ ਚਿਰ ਤੱਕ ਉਹ ਕਾਫਲਾ ਲੰਘ ਨਹੀਂ ਗਿਆ ਉਹਨਾਂ ਚਿਰ ਤੱਕ ਬਾਕੀ ਜਿਹੜੀਆਂ ਗੱਡੀਆਂ ਸੀ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇਹ ਸਭ ਕੁਝ ਉਸ ਦਿਨ ਮੈਂ ਆਪ ਵੇਖਿਆ ਦਰਬਾਰ ਸਾਹਿਬ ਦੇ ਇਲਾਕੇ ਤੋਂ ਬਾਹਰ ਬਾਈਪਾਸ ਦੇ ਉੱਪਰ। ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਥਾਈਲੈਂਡ ਦੇ ਇੱਕ ਜਿਹੜਾ ਧਰਮ ਦੇ ਮਾਮਲਿਆਂ ਦਾ ਮੰਤਰੀ ਸੀ, ਉਸ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣਾ ਸੀ, ਤੇ ਬੈਂਕਾਕ ਦੇ ਜਿਹੜੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੀ ਸਰਦਾਰ ਜਸਪਾਲ ਸਿੰਘ, ਉਹਨਾਂ ਦੀ ਮੈਨੂੰ ਈਮੇਲ ਆਈ ਕਿ ਸਾਡੇ ਇੱਕ ਧਾਰਮਿਕ ਮਾਮਲਿਆਂ ਬਾਰੇ ਜਿਹੜੇ ਮੰਤਰੀ ਨੇ ਉਹਨਾਂ ਨੇ, ਤੇ ਇੱਕ ਉਹਨਾਂ ਦੇ ਪੱਧਰ ਦਾ ਹੋਰ ਵਜ਼ੀਰ ਹੈ, ਉਹਨਾਂ ਨੇ ਆਉਣਾ ਹੈ ਤੇ ਮੈਂ ਵੀ ਨਾਲ ਆ ਰਿਹਾ, ਤੁਸੀਂ ਦਰਬਾਰ ਸਾਹਿਬ ਸਾਨੂੰ ਮਿਲਣਾ ਤੇ ਦਰਸ਼ਨਾਂ ਦੇ ਵਾਸਤੇ ਜਿੱਥੇ ਤੁਸੀਂ ਉਹਨਾਂ ਨੂੰ ਸਾਰਾ ਸਮਝਾ ਦੇਣਾ ਕਿ ਇੱਥੋਂ ਦੀ ਅਹਿਮੀਅਤ ਕੀ ਹੈ, ਇਤਿਹਾਸ ਕੀ ਹੈ, ਤੇ ਉੱਥੇ ਨਾਲ ਨਾਲ ਤੁਸੀਂ ਸਾਡੇ ਰਹਿਣਾ। ਸੋ ਉਹਨਾਂ ਨੂੰ ਜਿਹੜਾ ਸੀ ਏਅਰਪੋਰਟ ਤੋਂ ਰਿਸੀਵ ਕਰਕੇ ਲੈ ਕੇ ਗਏ, ਤੇ ਤਕਰੀਬਨ ਪੁਲਿਸ ਨੂੰ ਪਤਾ ਲੱਗ ਹੀ ਚੁੱਕਾ ਸੀਗਾ ਕਿ ਕੋਈ ਥਾਈਲੈਂਡ ਦਾ ਮਿਨਿਸਟਰ ਆ ਰਿਹਾ, ਤੇ ਪੁਲਿਸ ਦੀ ਗੱਡੀ ਵੀ ਅੱਗੇ ਲੱਗ ਗਈ। ਸੋ ਉਸ ਮਿਨਿਸਟਰ ਦੇ ਨਾਲ ਮੈਂ ਜਿਹੜੀ ਜਾਂਦਿਆਂ ਗੱਲਬਾਤ ਕੀਤੀ ਤਾਂ ਮੈਨੂੰ ਉਸ ਨੂੰ ਕੁਝ ਵੀ ਦੱਸਣਾ ਨਹੀਂ ਪਿਆ। ਪਹਿਲੀ ਗੱਲ ਤੇ ਉਹ ਕਹਿੰਦਾ ਕਿ ਜਦੋਂ ਮੈਂ ਹੁਣ ਇੱਥੇ ਆਇਆ ਸਿੱਖਾਂ ਦੇ ਧਾਰਮਿਕ ਤੇ ਮੁਕੱਦਸ ਸਥਾਨ ਦੇ ਉੱਪਰ, ਤੇ ਮੈਂ ਸਭ ਕੁਝ ਇਹਦੇ ਬਾਰੇ ਪੜ੍ਹ ਕੇ ਆਇਆ, ਮੈਨੂੰ ਕੁਝ ਸੁਣਨ ਦੀ ਲੋੜ ਨਹੀਂ। ਸੋ ਪਹਿਲੀ ਗੱਲ ਤਾਂ ਇਹ ਕਿ ਉਹ ਸਭ ਕੁਝ ਗੁਰੂ ਘਰ ਦੀ ਮਰਿਆਦਾ ਔਰ ਸਭ ਕੁਝ ਪੜ੍ਹ ਕੇ ਆਇਆ ਸੀ। ਪਰ ਫਿਰ ਵੀ ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਨਤਮਸਤਕ ਹੋਣ ਵਾਸਤੇ ਗਏ ਤਾਂ ਉਸ ਵੇਲੇ ਉੱਥੋਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਉਸ ਮੰਤਰੀ ਦੇ ਕੋਲ ਆਇਆ, ਮੈਂ ਵੀ ਉਸ ਦੇ ਕੋਲ ਖੜਾ ਸੀ, ਤੇ ਕਹਿੰਦਾ ਕਿ ਇੱਕ ਵੱਖਰੀ ਲਾਈਨ ਹੈ ਜਿੱਥੋਂ ਦੀ ਤੁਸੀਂ ਇਹਨਾਂ ਨੂੰ ਲੰਘਾ ਕੇ ਇਹਨਾਂ ਨੂੰ ਦਰਸ਼ਨ ਜਿਹੜੇ ਆ ਉਹ ਜਲਦੀ ਕਰਵਾ ਸਕਦੇ ਹੋ, ਕਿਉਂਕਿ ਵੈਸੇ ਸੰਗਤੀ ਬਹੁਤ ਵੱਡੀ ਜਿਹੜੀ ਲਾਈਨ ਲੱਗੀ ਹੋਈ ਹੈ। ਤੇ ਮੈਂ ਉਸ ਮੰਤਰੀ ਨੂੰ ਤੇ ਸਰਦਾਰ ਜਸਪਾਲ ਸਿੰਘ ਉਹਨਾਂ ਨੂੰ ਕਿਹਾ ਕਿ ਤੁਸੀਂ ਮੰਤਰੀ ਸਾਹਿਬ ਨੂੰ ਕਹੋ ਕਿ ਇਹ ਇਹਨਾਂ ਨੂੰ ਸੰਗਤ ਵਾਲੀ ਲਾਈਨ ਦੇ ਵਿੱਚ ਲੱਗਣ ਦੇ ਨਾਲੋਂ ਇੱਕ ਵੱਖਰਾ ਰਸਤਾ ਹੈ ਜਿੱਥੋਂ ਦੀ ਉਹ ਕਹਿੰਦੇ ਨੇ ਕਿ ਸਾਡੇ ਮੁਲਾਜ਼ਮ ਤੁਹਾਨੂੰ ਲੈ ਜਾਣਗੇ ਤੇ ਤੁਹਾਨੂੰ ਇੱਥੋਂ ਦੀ ਦਰਸ਼ਨ ਦੀਦਾਰ ਕਰਾ ਸਕਦੇ ਆ। ਤਾਂ ਉਸ ਨੇ ਇਸ ਗੱਲ ਦਾ ਗੁੱਸਾ ਕੀਤਾ ਸੀ, ਕਹਿੰਦਾ ਸੀ ਇਹ ਤੁਹਾਡਾ ਮੁਕੱਦਸ ਅਸਥਾਨ ਹੈ ਜਿਹਦੇ ਬਾਰੇ ਮੈਂ ਪੜ੍ਹ ਕੇ ਆਇਆ ਸੀ ਕਿ ਇੱਥੇ ਰਾਜਾ ਰੰਕ ਬਰਾਬਰ ਹੁੰਦੇ ਨੇ, ਇੱਥੇ ਸੰਗਤ ਤੇ ਪੰਗਤ ਦਾ ਸਿਧਾਂਤ ਹੈ, ਤੇ ਕਹਿੰਦਾ ਮੈਂ ਤੁਹਾਡੇ ਧਰਮ ਦੀ ਉਸ ਵਿਚਾਰਧਾਰਾ ਦੀ ਅਵੱਗਿਆ ਨਹੀਂ ਕਰਨਾ ਚਾਹੁੰਦਾ। ਸੋ ਇਸ ਗੱਲ ਨੂੰ ਸਮਝੀ ਅਸੀਂ। ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਮੈਂ ਕਿਤੇ ਉਹਦੀਆਂ ਫੋਟੋਆਂ ਵੀ ਜਲਦੀ ਸਾਂਝੀਆਂ ਕਰ ਦਊਂਗਾ ਦਰਬਾਰ ਸਾਹਿਬ ਦੀਆਂ ਵੀ, ਤੇ ਉਸ ਦਾ ਨਾਮ ਵੀ ਬੜਾ ਔਖਾ ਜਿਹਾ ਨਾਮ ਹੈ ਥਾਈਲੈਂਡ ਦਾ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੇ ਲੋਕ ਸੱਚਮੁੱਚ ਹੀ ਗੁਰੂ ਪ੍ਰਤੀ ਜਾਂ ਸਾਡੇ ਮੁਕੱਦਸ ਅਸਥਾਨਾਂ ਦੇ ਪ੍ਰਤੀ ਸ਼ਰਧਾ ਰੱਖਦੇ ਨੇ, ਉਹ ਤਾਂ ਇੰਨੇ ਨਿਮਾਣੇ ਬਣ ਕੇ ਆਉਂਦੇ ਨੇ ਵੀ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਕੋਲ ਕੋਈ ਇਵੇਂ ਦੀ ਅਵੱਗਿਆ ਨਾ ਹੋਵੇ ਕਿ ਅਸੀਂ ਦਰਸ਼ਨ ਕਰਨ ਆਏ ਹੋਏ ਬਜਾਏ ਕਿ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਅਸੀਂ ਕਹਿ ਸਕਦੇ ਹੋ ਕਿ ਪਾਪਾਂ ਦੇ ਭਾਗੀ ਬਣ ਕੇ ਜਾਈਏ। ਤੇ ਇਹ ਗੱਲ ਭਗਵੰਤ ਮਾਨ ਹੋਣਾ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਮੈਂ ਬਹੁਤ ਸਾਰੇ ਆਫੀਸਰ ਐਸੇ ਵੇਖੇ ਨੇ ਜਿਹੜੇ ਚੁੱਪਚਾਪ ਬਿਨਾਂ ਕਿਸੇ ਸੁਰੱਖਿਆ ਤੇ ਜਾਂਦੇ ਨੇ ਤੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਆ ਜਾਂਦੇ ਨੇ, ਬਿਲਕੁਲ ਸਿਵਲ ਡਰੈਸ ਦੇ ਵਿੱਚ। ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਜਿਹੜੇ ਨੇ ਇਹਨਾਂ ਨੂੰ ਵੀ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਕਿ ਜੇ ਪੰਜਾਬ ਦੇ ਸਾਰੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਗੱਲ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਵਿੱਚ ਇਸ ਸ਼ਾਹੀ ਠਾਠ ਬਾਠ ਦਾ ਵਿਖਾਵਾ ਕਰਕੇ ਆਉਣਾ ਠੀਕ ਨਹੀਂ, ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਲੋਕ ਇਸ ਗੱਲ ਨੂੰ ਕਦੀ ਵੀ ਚੰਗਾ ਨਹੀਂ ਸਮਝਦੇ। ਤੇ ਫਿਰ ਮੈਂ ਆਖਿਰ ਤੇ ਉਸ ਗੱਲ ਤੇ ਆਉਣਾ ਕਿ ਇਹ ਜਿਹੜੀਆਂ ਰਵਾਇਤਾਂ ਨੇ ਸ਼ੁਰੂ ਵੀ ਅਸੀਂ ਆਪ ਕੀਤੀਆਂ। ਸੋ ਇਹ ਰਵਾਇਤਾਂ ਉਦੋਂ ਖਤਮ ਹੋਣਗੀਆਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਨੀਤਿਕ ਧਿਰ ਦੀ ਕਿਸੇ ਵੀ, ਚਾਹੇ ਉਹਨਾਂ ਦੇ ਨਾਲ ਆਪਣੀ ਜੁੜੀ ਹੋਈ ਧਿਰ ਹੈ, ਜਦੋਂ ਹਰ ਕਿਸੇ ਰਾਜਨੀਤਿਕ ਵਿਅਕਤੀ ਬਾਰੇ ਇੱਕ ਆਮ ਤੇ ਇੱਕੋ ਜਿਹਾ ਮਾਪਦੰਡ ਰੱਖੇਗੀ, ਫਿਰ ਤਾਂ ਹੋ ਸਕਦਾ। ਨਹੀਂ ਤੇ ਫਿਰ ਜੇਕਰ ਕੀ ਕਹਿੰਦੇ ਹੁੰਦੇ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ, ਜੇਕਰ ਉਸ ਤਰ੍ਹਾਂ ਦੀ ਪਹੁੰਚ ਰੱਖਣੀ ਆ ਤਾਂ ਫਿਰ ਇਸ ਅਲਾਮਤ ਨੂੰ ਸੁਧਾਰਿਆ ਨਹੀਂ ਜਾ ਸਕਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।